ਤੋਹਫਾਂ ਪੀੜੀਆਂ ਪਿਛਲੇ ਪੈ ਟਰੈਕਟਰਾਂ ਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਇਹ ਹਾਕਮਾਂ ਨੂੰ ਤੇ ਹਾਕਮਾਂ ਦੇ ਚਲਾਏ ਹੋਏ ਮੀਡੀਏ ਨੂੰ ਸਾਡੀ ਨਿੱਕੀ ਜੀ ਗੱਲ ਵੀ ਬਹੁਤ ਵੱਡੀ ਬਣਾ ਕੇ ਪੇਸ਼ ਕਰਨ ਦੀ ਜਿਹੜੀ ਆਦਤ ਹੈ, ਬਿਲਕੁਲ ਸੱਚ, ਉਹਨਾਂ ਦੀ ਰੋਟੀ ਇਸ ਸਿਰੋਂ ਚੱਲ ਰਹੀ ਹੈ। ਪਰ ਅਸੀਂ ਵੱਖ-ਵੱਖ ਬਾਰਡਰਾਂ ਤੇ ਵੇਖਦੇ ਆਏ ਆ ਪਿਛਲੇ 2 ਮਹੀਨਿਆਂ ਤੋਂ ਇੱਥੇ ਬੈਠੇ ਆ, ਕਿਸੇ ਵੀ ਤਰ੍ਹਾਂ ਦਾ ਕੋਈ ਇਦਾਂ ਦਾ ਇੱਕ ਵੀ ਵਾਰ ਕਿਸਾਨਾਂ ਵੱਲੋਂ ਆਏ ਹੋਏ ਧਰਨੇ ਵਿੱਚ ਲੋਕਾਂ ਵੱਲੋਂ ਨਹੀਂ ਹੋਇਆ ਹੋਵੇਗਾ। ਜਿਹੜੀ ਛੇੜਖਾਨੀ ਸ਼ਰਾਰਤ ਕਿਤੇ ਕੀਤੀ ਹੋਵੇਗੀ ਉਹ ਸਰਕਾਰ ਦੇ ਕਰਿੰਦਿਆਂ ਬੰਦਿਆਂ ਨੇ ਤੇ ਜ਼ਰੂਰ ਕੀਤੀ ਹੋਵੇਗੀ। ਨਾ ਕੋਈ ਇੱਥੇ ਕਿਸੇ ਤਰ੍ਹਾਂ ਦੀ ਤੋਪ ਬੀੜੀ, ਨਾ ਕੋਈ ਹੋਰ। ਹਾਂ ਵੇਖੋ, ਟਰੈਕਟਰ ਨੇ ਸਾਡੇ ਪੁੱਤਾਂ ਵਾਂਗੂ ਰੱਖੇ ਨੇ, ਇਹਨਾਂ ਦੇ ਸਿਰ ਤੇ ਜ਼ਿਮੀਂਦਾਰ ਦਾ ਇਹ ਖੇਤੀਬਾੜੀ ਦਾ ਵਾਹੀ ਦਾ ਇੱਕ ਬਹੁਤ ਵੱਡਾ ਜਿਹੜਾ ਹੈ ਉਹ ਜ਼ਿੰਮੇਵਾਰਾਨਾ ਕੰਮ ਹੈ। ਤੇ ਜੇ ਇਹਨਾਂ ਟਰੈਕਟਰਾਂ ਨੂੰ ਬਚਾਉਣ ਦੀ ਖਾਤਰ ਅੱਗੇ ਕੋਈ ਬੈਰੀਅਰ ਲਾ ਲਿਓ ਤੇ ਅਸੀਂ ਆਮ ਸੜਕਾਂ ਤੇ ਲਾ ਕੇ ਵੀ ਤੁਰਦੇ ਆ। ਤੇ ਪਰ ਜਾਣਬੁੱਝ ਕੇ ਆ ਕਿ ਮੀਡੀਆ ਨੂੰ ਇਸ ਚੀਜ਼ ਦੀ ਪੀੜ ਹੋ ਰਹੀ ਹੈ, ਜਾਣਬੁੱਝ ਕੇ ਇਦਾਂ ਕੀਤਾ ਜਾ ਰਿਹਾ। ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਟਰੈਕਟਰ ਨੂੰ ਟੈਂਕ ਨਹੀਂ ਬਣਾਇਆ ਗਿਆ। ਇਹਨੂੰ ਪੁੱਤ ਕਹਿੰਦੇ ਨੇ ਜ਼ਿਮੀਂਦਾਰ, ਪੁੱਤ ਕਹਿੰਦੇ ਨੇ ਟਰੈਕਟਰ ਨੂੰ। ਤੇ ਕੁਝ ਵੀ ਇਦਾਂ ਦਾ ਨਹੀਂ ਹੈ ਇੱਥੇ ਜਿਹੜਾ ਕਹਿ ਰਹੇ ਨੇ ਕਿ ਤੋਪਾਂ ਬੀੜੀਆਂ ਜਾਂ ਕੁਝ ਹੋਰ ਕਰਤਾ। ਹਾਂ, ਸਰਕਾਰ ਦਾ ਕੋਈ ਪਤਾ ਨਹੀਂ ਕਿ ਸਰਕਾਰ ਕੀ ਕੁਝ ਲੈ ਆਵੇ, ਕਿਉਂਕਿ ਸਰਕਾਰ ਘਟੀਆ ਚਾਲਾਂ ਨੀਤੀਆਂ ਤੇ ਉਤਰੀ ਹੋਈ ਹੈ ਜੀ। ਇੱਕ ਗੱਲ ਹੈਗੀ ਹੈ ਕਿ ਜਦੋਂ ਆਪਣੇ ਪਿੰਡਾਂ ਦੇ ਵਿੱਚ ਨਗਰ ਕੀਰਤਨ ਹੁੰਦਾ ਜਾਂ ਆਨੰਦਪੁਰ ਲਈ ਟਰੈਕਟਰ ਨਿਕਲਦੇ ਆ ਜਾਂ ਮੁਕਤਸਰ ਮਾਗੀ ਲਈ ਜਾਂਦੇ ਆ, ਜਦੋਂ ਵੀ ਜਾਂਦੇ ਉਹਨਾਂ ਦੇ ਅੱਗੇ ਕੇਸਰੀ ਝੰਡੇ ਲੱਗੇ ਹੁੰਦੇ ਆ। ਕੇਸਰੀ ਨਿਸ਼ਾਨ ਸਾਹਿਬ ਸਾਡੇ ਗੁਰੂ ਪਾਤਸ਼ਾਹ ਨੇ ਬਖਸ਼ੀ ਹੋਈ ਸਾਡੀ ਦਾਤ ਆ ਨਾ, ਤੇ ਇਹ ਕਹਿੰਦੇ ਉਹ ਖਾਲਿਸਤਾਨੀ ਝੰਡੇ ਲਾਈ ਫਿਰਦੇ ਆ। ਤੇ ਜਦੋਂ ਉਹ ਚੀਨ ਦੇ ਬਾਰਡਰਾਂ ਨੂੰ ਟਰੱਕ ਜਾਂਦੇ ਆ, ਜਦੋਂ ਮਾਫ ਕਰਨਾ ਸ਼ਬਦ ਵਰਤਣ ਵਾਲੇ ਤਾਂ ਨਹੀਂ, ਜਦੋਂ ਇਹਨਾਂ ਦੇ ਫੌਜੀਆਂ ਨੂੰ ਭੀੜ ਪੈਂਦੀ ਆ ਤੇ ਉਦੋਂ ਫਿਰ ਖਾਲਸਾ ਰੈਜੀਮੈਂਟ ਅੱਗੇ ਵਗਾਈ ਜਾਂਦੀ ਆ। ਉਹ ਕਹਿੰਦੇ ਵੀ ਉਹਨਾਂ ਨੂੰ ਬੁਲਾਓ ਤਾਂ ਹੁੰਦੇ ਕਿ ਕੇਸਰੀ ਝੰਡਾ ਵਿਖਾਉਣਗੇ ਜੀ, ਇਹ ਖਾਲਸੇ ਨੇ ਜੀ, ਇਹ ਸਰਦਾਰ ਨੇ, ਸਿੰਘ ਸਰਦਾਰ ਜਾਣਗੇ ਹੁਣ ਚੀਨ ਕੋ ਭਾਜੜ ਪੜੇਗੀ, ਫਿਰ ਐਸੇ ਖਬਰ ਚਲਾ ਦਿੰਦੇ। ਹਾਂਜੀ, ਹੁਣੇ ਤੁਹਾਨੂੰ ਤਾਜੀ ਦੱਸਦੇ ਆ, ਅਸੀਂ ਜਦੋਂ ਗਾਜੀਪੁਰ ਬਾਰਡਰ ਆ ਰਹੇ ਸੀ ਨਾ ਜੀ ਇੱਧਰ ਨੂੰ, ਤੇ ਦਿੱਲੀ ਉਸ ਹਾਈਵੇ ਦੇ ਉੱਤੇ ਇੱਕ ਪੂਰੀ ਯੂਨਿਟ ਜਿਹੜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਫੌਜ ਦੀ ਜਾ ਰਹੀ ਸੀ, ਤੇ ਜਿਹੜੀ ਉਹਨਾਂ ਦੇ ਅੱਗੇ ਸਭ ਤੋਂ ਗੱਡੀ ਲੱਗੀ, ਉਸ ਫੌਜ ਦੀ ਗੱਡੀ ਤੇ ਜਿਹੜਾ ਸੀ ਖਾਲਸਾਈ ਨਿਸ਼ਾਨ ਝੂਲ ਰਿਹਾ ਸੀ, ਉੱਥੇ ਖਾਲਸਾਈ ਨਿਸ਼ਾਨ ਸਭ ਤੋਂ ਅਗਲੀ ਗੱਡੀ ਤੇ ਲੱਗਾ। ਉਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਕਿ ਜਦੋਂ ਇਹਨਾਂ ਦੀਆਂ ਹੱਦਾਂ, ਦੇਸ਼ ਦੀਆਂ ਹੱਦਾਂ ਬਚਾਉਣ ਦੀ ਗੱਲ ਆਵੇਗੀ ਤੇ ਉਦੋਂ ਰਾਜਨਾਥ ਵਰਗੇ ਜਾ ਕੇ ਵੀ ਕਹਿ ਦਿੰਦੇ ਵੀ ਇੱਕ ਵਾਰੀ ਜਕਾਰਾ ਫੇਰ ਲਾਓ, ਮੈਨੂੰ ਆਨੰਦ ਬੜਾ ਆਇਆ। ਪਰ ਜਦੋਂ ਇਹ ਖਾਲਸਾਈ ਨਿਸ਼ਾਨ ਦੀ ਛਾਵੇਂ ਬਹਿਣ ਵਾਲੇ ਵਾਰਸ ਆਪਣੇ ਹੱਕ ਦੀ ਗੱਲ ਕਰਦੇ ਆ ਤੇ ਉਦੋਂ ਇਹਨਾਂ ਨੂੰ ਇਹ ਖਾਲਸਾਈ ਨਿਸ਼ਾਨ ਜਿਹੜੇ ਆ ਚੁੱਭਦੇ ਆ। ਪਰ ਇੱਕ ਗੱਲ ਪੱਕੀ ਹੈ ਕਿ ਇਹ ਗੁਰੂ ਕੇ ਦਿੱਤੇ ਹੋਏ ਨਿਸ਼ਾਨਾਂ ਦੇ ਸਦਕੇ ਹੀ ਸਾਨੂੰ ਜਿੱਤ ਮਿਲੀ ਹੈ ਪਿੱਛੇ, ਔਰ ਹੁਣ ਵੀ ਤੇ ਅਗਾਹ ਵਾਲੇ ਸਮੇਂ ਵਿੱਚ ਵੀ ਇਹਨਾਂ ਨਿਸ਼ਾਨਾਂ ਦੀ ਛਾਂ ਹੇਠ ਹੀ ਸਾਡਾ ਸਾਰਾ ਕੁਝ ਹੈ। ਔਰ ਬਿਲਕੁਲ ਇਹ ਜਿਹੜੇ ਨਿਸ਼ਾਨ ਹਨ, ਇਹ ਸਾਡੀ ਜਿੰਦ ਜਾਨ ਲਾ ਲਓ, ਸਾਡੇ ਗੁਰੂ ਦਾ ਬਖਸ਼ਿਆ ਹੋਇਆ ਸਿਧਾਂਤ ਹੈ। ਅਸੀਂ ਗੁਰਦੁਆਰੇ ਸਾਹਿਬ ਦੇ ਵਿੱਚ ਜਿਹੜੇ ਲੱਗੇ ਹੋਏ ਨਿਸ਼ਾਨ ਸਾਹਿਬ ਵੇਖੋ, 2 ਗੱਲਾਂ ਹੈ ਉੱਥੇ। ਜਦੋਂ ਅਸੀਂ ਦੂਰ ਤੋਂ ਕੋਈ ਨਿਸ਼ਾਨ ਸਾਹਿਬ ਵੇਖੀਏ, ਚਲੋ ਹੁਣ ਸਮਾਂ ਬੜਾ ਐਡਵਾਂਸ ਹੈ, ਟੈਕਨੋਲੋਜੀ ਹੈ, ਪਰ ਉਹ ਇੱਕ ਆਵਾਜ਼ ਤੇ ਸੁਨੇਹਾ ਦੇ ਰਿਹਾ, ਭਲਿਆ ਜਾਣ ਵਾਲਿਆ ਰਾਈਆ ਤੇਰੇ ਕੋਲ ਛੱਤ ਨਹੀਂ, ਤੂੰ ਗੁਰੂ ਨਾਨਕ ਦੇ ਘਰ ਵਿੱਚ ਆਏ ਨਿਸ਼ਾਨਦੇਹੀ ਕਰਦਾ ਏ, ਤੇਰੇ ਸਿਰ ਤੇ ਛੱਤ ਨਹੀਂ, ਤੈਨੂੰ ਰਹਿਣ ਲਈ ਥਾਂ, ਤੇਰਾ ਪੇਟ ਭੁੱਖਾ ਹੈ ਤੇ ਤੈਨੂੰ ਛਕਣ ਲਈ ਇੱਥੋਂ ਪ੍ਰਸ਼ਾਦਾ ਮਿਲੇਗਾ। ਇਸ ਨਿਸ਼ਾਨ ਦੀ ਛਾਂ ਹੇਠ ਸੱਚ ਤੇ ਸਿਧਾਂਤ ਜਿਹੜਾ ਗੁਰੂ ਸਾਹਿਬਾਨ ਨੇ ਫੈਲਾਇਆ ਹੈ, ਜਿਹੜਾ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਹੈ, ਉਹ ਹੋਰ ਕਿਤੇ ਸੰਸਾਰ ਦੇ ਵਿੱਚੋਂ ਤੁਹਾਨੂੰ ਬਿਲਕੁਲ ਨਹੀਂ ਮਿਲੇਗਾ। ਔਰ ਜੇ ਇਹ ਨਿਸ਼ਾਨ ਸਾਡੇ ਟਰੈਕਟਰਾਂ ਤੇ ਨੇ ਤੇ ਸਾਡੇ ਨੇ ਇਸ ਕਰਕੇ ਲੱਗੇ ਨੇ, ਅਸੀਂ ਕੋਈ ਬਗਾਨੇ ਨਹੀਂ। ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਸੱਚਮੁੱਚ ਇਹ ਨਿਸ਼ਾਨ ਇਦਾਂ ਹੀ ਝੂਲਣਗੇ। ਜਿਹੜੀ ਉਹ ਤੁਸੀਂ ਕਿਹਾ ਕਿ ਇੱਕ ਟਰੱਕ ਦੇ ਅੱਗੇ ਫੌਜੀ ਵੀਰਾਂ ਦਾ ਟਰੱਕ ਸੀ, ਫੌਜ ਦਾ ਟਰੱਕ ਜਾ ਰਿਹਾ ਸੀ, ਉਹਦੇ ਅੱਗੇ ਕੇਸਰੀ ਨਿਸ਼ਾਨ ਸਾਹਿਬ ਝੂਲਦਾ ਸੀ, ਪਰ ਉੱਥੇ ਖਬਰ ਕਿਉਂ ਨਹੀਂ ਫਿਰ ਉਹਨਾਂ ਲੜਾਈ ਕਿ ਖਾਲਿਸਤਾਨ ਨੂੰ ਹਮਾਇਤ ਕਰਨ ਜਾ ਰਹੇ? ਬਿਲਕੁਲ ਉਹ ਗੱਲ ਇਸ ਤਰ੍ਹਾਂ ਨਾ, ਉੱਥੇ ਫਿਰ ਨੈਸ਼ਨਲ ਮੀਡੀਆ ਨੇ ਇਹ ਕਦੀ ਵੀ ਨਹੀਂ ਵਿਖਾਉਣਾ ਵੀ ਹਾਂ ਵੀ ਹੁਣ। ਔਰ ਤੁਸੀਂ ਵੇਖੋ, ਉਹ ਜਿੰਨੇ ਅਸੀਂ ਵੇਖੇ ਫੌਜੀ ਵੀਰ, ਸਾਰਿਆਂ ਦੇ ਸਿਰਾਂ ਤੇ ਦਸਤਾਰਾਂ ਸੀ। ਜਿਹੜੀ ਸਿੱਖ ਰੈਜੀਮੈਂਟ ਅਸੀਂ ਕਹਿੰਦੇ ਆ, ਸ਼ਾਇਦ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਰਹੀ ਸੀ, ਪਰ ਉੱਥੇ ਕਿਸੇ ਤਰ੍ਹਾਂ ਦਾ ਕੋਈ ਇਹਨਾਂ ਨੇ ਬਵਾਲ ਨਹੀਂ ਕਰਨਾ। ਕਿਉਂ? ਕਿਉਂਕਿ ਉਹ ਫੌਜ ਹੈ। ਉਹ ਕਹਿਣਾ ਜੀ ਇਹ ਸਰਕਾਰ ਦੀ, ਇਹ ਦੇਸ਼ ਦੀ ਰਾਖੀ ਲਈ ਹੈ। ਤੇ ਜਦੋਂ ਉਹਨਾਂ ਹੀ ਫੌਜੀਆਂ ਦੇ ਭਰਾ, ਉਹਨਾਂ ਫੌਜੀਆਂ ਦੇ ਪਿਤਾ, ਚਾਚੇ, ਤਾਏ, ਮਾਪਿਓ ਇੱਥੇ ਦਿੱਲੀ ਦੇ ਬਾਰਡਰਾਂ ਤੇ ਕੇਸਰੀ ਨਿਸ਼ਾਨ ਲੈ ਕੇ ਆਉਂਦੇ ਨੇ ਤੇ ਉਹਨਾਂ ਦੀ ਫਿਰ ਇਹਨਾਂ ਨੂੰ ਪੀੜ ਹੁੰਦੀ ਹੈ, ਕਿਉਂਕਿ ਇਹਨਾਂ ਦੀ ਨੀਤ ਵਿੱਚ ਖੋਟ ਹੈ। ਨਿਸ਼ਾਨ ਸਾਹਿਬ ਦੇ ਵਿੱਚ, ਸਾਡੇ ਖਾਲਸਾਈ ਨਿਸ਼ਾਨਾਂ ਦੇ ਵਿੱਚ ਕਿਸੇ ਨਾਲ ਕੋਈ ਵਿਤਕਰਾ ਨਹੀਂ। ਜੇ ਕੋਈ ਫੁੱਟ ਪਾਊ ਰਾਜਨੀਤੀ ਜਾਂ ਤਕਰੀਰ ਜਾਂ ਵਿਚਾਰ ਦਿੰਦੇ ਨੇ ਤੇ ਉਹ ਇਹ ਸਮੇਂ ਦੇ ਅੰਨੇ ਤੇ ਬੋਲੇ ਹਾਕਮ ਦੇ ਰਹੇ ਨੇ। ਅਦਰਵਾਈਜ਼ ਕਿਸਾਨਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਨਿਸ਼ਾਨਾਂ ਦੀ ਛਾਂ ਹੇਠ ਅਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਵਿਤਕਰਾ ਜਾਂ ਵਧੀਕੀ ਕੀਤੀ ਹੋਵੇ। ਅਸੀਂ ਜਦੋਂ ਸਿੰਘੂ ਬਾਰਡਰ ਵੀ ਤਕਰੀਬਨ ਪਿਛਲੇ 2 ਮਹੀਨਿਆਂ ਤੋਂ ਅਸੀਂ ਆ ਹੀ ਰਹੇ ਇੱਥੇ ਹਾਂ, ਜਦੋਂ ਅਸੀਂ ਸਿੰਘੂ ਬਾਰਡਰ ਵੀ ਵੇਖੀਏ ਨਾ, ਉੱਥੇ ਵੇਖੋ ਏਡਾ ਲੰਮਾ ਕਾਫਲਾ ਹੈ ਤੇ ਉੱਥੇ ਲੋਕਾਂ ਨੇ ਲਿਆ ਕੇ ਦੁਕਾਨਾਂ ਲਾ ਲਈਆਂ
ਕੋਈ ਆਪਣੇ ਜੁੱਤੀਆਂ ਵੇਚ ਰਿਹਾ, ਕੋਈ ਪੇਚਕਸ ਵੇਚ ਰਿਹਾ, ਕੋਈ ਮੋਬਾਈਲ ਦੇ ਨਾਲ ਸੰਬੰਧਿਤ ਚੀਜ਼ਾਂ, ਕੋਈ ਕੱਪੜੇ ਵੇਚ ਰਿਹਾ। ਕੀ ਕਾਰਨ ਹੈ? ਲੋਕਾਂ ਨੂੰ ਇਥੋਂ ਆਸ ਹੈ ਵੀ ਜਿਹੜੇ ਇਹ ਆਏ ਨੇ ਇਹ ਕਿਸੇ ਤਰ੍ਹਾਂ ਦੀ ਹਿੰਸਾ ਫੈਲਾਉਣ ਨਹੀਂ, ਇਹ ਭੜਕਾਹਟ ਪੈਦਾ ਕਰਨ ਨਹੀਂ ਆਏ। ਬੜਾ ਸ਼ਾਂਤਮਈ ਪ੍ਰੋਟੈਸਟ ਚੱਲ ਰਿਹਾ ਹੈ, ਹੱਕ ਦੀ ਖਾਤਰ ਬੈਠੇ। ਪਰ ਇੱਕ ਗੱਲ ਇਹ ਵੀ ਹੈ, ਅਸੀਂ ਸੰਜਮ ਤੇ ਜਾਬਤੇ ਤੇ ਸ਼ਾਂਤੀ ਵਿੱਚ ਰਹਿਣਾ ਹੈ, ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਕਿੰਨਾ ਕੁ ਚਿਰ ਸ਼ਾਂਤੀ ਤੇ ਸਬਰ ਨੂੰ ਰੱਖਣਾ ਹੈ? ਸਬਰ ਦੀ, ਸ਼ਾਂਤੀ ਦੀ ਇੱਕ ਹੱਦ ਹੈ। ਹੁਣ ਇਦਾਂ ਦੀ ਸ਼ਾਂਤੀ ਤੇ ਸਾਨੂੰ ਸਾਡੇ ਗੁਰੂਆਂ ਨੇ ਸਿਖਾਈ ਨਹੀਂ ਵੀ ਅਗਲਾ ਆਵੇ ਤੁਹਾਡੇ ਮੂੰਹ ਤੇ ਚਪੇੜ ਮਾਰੇ ਤੇ ਤੁਸੀਂ ਦੂਜਾ ਪਾਸਾ ਕਰੋ। ਇਦਾਂ ਸਾਨੂੰ ਨਹੀਂ ਸਿਖਾਇਆ। ਸਾਨੂੰ ਤਾਂ ਮਹਾਰਾਜ ਸਾਹਿਬ ਨੇ ਇਹ ਦਾਤ ਦਿੱਤੀ ਹੈ, ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਅਸੀਂ ਜਦੋਂ ਆਪਣੇ ਹੱਕ ਤੇ ਡਾਕਾ ਪਵੇ ਤੇ ਸ਼ਾਂਤੀ ਦਾ ਪੱਲਾ ਫੜ ਰੱਖੀਏ ਤੇ ਫਿਰ ਸ਼ਾਇਦ ਅਸੀਂ ਬੁਜ਼ਦਲਾਂ ਵਿੱਚ ਗਿਣੇ ਜਾਵਾਂਗੇ। ਪਰ ਇੱਕ ਤਰੀਕਾ ਹੈ ਜੰਗਾਂ ਨੂੰ ਲੜਨ ਦਾ, ਸੰਘਰਸ਼ਾਂ ਨੂੰ, ਘੋਲ ਨੂੰ ਲੜਨ ਦਾ, ਉਹ ਅਪਣਾਇਆ ਹੋਇਆ ਹੈ। ਪਰ ਜਿਹੜਾ ਜਾਣਬੁੱਝ ਕੇ ਇਹ ਟਾਰਗੇਟ ਕੀਤਾ ਜਾ ਰਿਹਾ ਹੈ, ਇਹ ਸਰਕਾਰ ਦੇ ਵੱਲੋਂ ਹੈ, ਸਰਕਾਰ ਦੇ ਬਣਾਏ ਹੋਏ ਚਲਾਏ ਹੋਏ ਇਸ ਮੀਡੀਆ ਤੰਤਰ ਦੇ ਵੱਲੋਂ ਹੈ, ਕਿਉਂਕਿ ਉਹਨਾਂ ਨੇ ਆਪਣੀ ਰੋਜੀ ਰੋਟੀ ਦਾ ਮਸਲਾ ਜਿਹੜਾ ਹੈ ਉਹ ਸਰਕਾਰ ਦੇ ਸਿਰੋਂ ਹੀ ਚਲਾਉਣਾ ਹੈ ਜੀ। ਹਾਂਜੀ ਖਾਲਸਾ ਜੀ, ਵਾਹਿਗੁਰੂ ਜੀ ਖਾਲਸਾ ਜੀ ਫਤਿਹ ਜੀ।